बस्ती पुली नवी बस्ती पुली है जी, नवी बस्ती बाजीगर बस्ती पुली पुली हाँ जी नवी बस्ती पुली बाजीगर ਅਸੀਂ ਨਹੀਂ ਮੈਨੂੰ ਮੈਸੇਜ ਕਰਦੇ WhatsApp ਤੇ ਜਦੋਂ ਵੀ ਆਪਣੇ ਲਿਸਟ ਦਾ ਕੋਈ ਹੋਵੇ ਪ੍ਰਸ਼ਨ ਤੇ ਕਿਹੜਾ ਨਾ ਉੱਥੇ ਵੀ 150 ਬੰਦੇ ਉੱਥੇ ਲੱਗੇ ਕਹੀਏ थोड़े वास्ते भी सवाल ने कहना सवाल की आ कहना मैं धोता साफ सुथरा बंदा दोने बंदे की आ कहना जे उन्होंने नहाउण नूं कह दईए किहड़ा बंदा नहाऊ भाई जी गंदा नहाऊगे चंगा नहाऊ हुण मुंडे कहंदे जी की आ गंदा नहाऊगा चंगे नूं तां की लोड़ आ चंगा तां नहाता धोता वो कहना नहीं वो कहना चंगा बंदा नहाऊ गंदा नहीं नहाउंदा कहंदे क्यों कहंदे गंदे नूं तां आदत ही है नहीं नहाउण दी तां ही गंदा चंगा बंदा नहाऊ जिहड़ा करता हाँ जी भाजी की नाम है मेरा नाम मलकीत सिंह है जी ਅਸੀਂ ਨਵੀਂ ਬਸਤੀ ਪਿੰਡ ਪੁੱਲੀ ਤੋਂ ਆਏ ਹਾਂ ठीक है ਸਾਡੇ ਪਿੰਡ ਦੇ ਵਿੱਚ ਜੀ ਨਸ਼ਾ ਬਹੁਤ ਆਮ ਵਿਕਿਆ ਅਸੀਂ ਰਾਤ ਬੰਦੇ ਵੀ ਫੜੇ ਉਹਨਾਂ ਕੋਲ ਨਸ਼ਾ ਸੀਗਾ ਅਸੀਂ ਥਾਣੇ 'ਚ ਲੈ ਕੇ ਗਏ ਸਾਡੀ ਰਾਊਟ ਵੀ ਦਿੱਤੀ ਹੋਈ ਹੈ ਥਾਣੇ ਦੇ ਵਿੱਚ 30 ਤਰੀਕ ਦੀ ਰਾਊਟ ਦਿੱਤੀ ਹੈ ਪਰ ਸਾਡਾ ਕੋਈ ਵੀ ਹੱਲ ਨਹੀਂ ਹੋਇਆ ਜੀ ਇੱਕ ਵਾਰੀ ਪੁਲਿਸ ਰੇਡ ਕਰ ਗਈ ਉਹਨਾਂ ਦੇ ਘਰਾਂ 'ਚ ਤਲਾਸ਼ੀਆਂ ਕਰ ਗਈ ਪਰ ਜਦੋਂ ਬੰਦੇ ਨੂੰ ਪਤਾ ਹੀ ਹੈਗਾ ਵੀ ਰੇਡ ਕਰੀ ਜਾਂਦੇ ਆ ਉਹਨਾਂ ਨੇ ਪਹਿਲਾਂ ਹੀ ਆਸੇ-ਪਾਸੇ ਕਰਤਾ ਸੀ ਸਮਾਨ ਸਾਰਾ ਪਰ ਫਿਰ ਵੀ ਸਾਡਾ ਮਸਲਾ ਤਾਂ ਇਹੀ ਅਸੀਂ ਤਾਂ ਹੀ ਕਹਿੰਦੇ ਹਾਂ ਹੱਥ ਜੋੜ ਕੇ ਸਾਡੀ ਫੇਰ ਲਈ ਆ ਵੀ ਦੁਬਾਰਾ ਫੇਰ ਰੇਡ ਕੀਤੀ ਜਾਵੇ ਉਹਨਾਂ ਬੰਦਿਆਂ ਨੂੰ ਚੱਕਿਆ ਜਾਵੇ ਉਹਨਾਂ ਦੀ ਇਨਕੁਆਇਰੀ ਕੀਤੀ ਜਾਵੇ ਤਫਤੀਸ਼ ਕੀਤੀ ਜਾਵੇ 2-2.5 ਸਾਲ ਹੋ ਗਏ ਉਹਨਾਂ ਨੂੰ ਵੇਚਦੇ ਨੂੰ ਸਾਡੇ ਛੋਟੇ ਜਵਾਕ ਜਾਂ ਏਡੇ ਜਵਾਕ ਸਾਰੇ ਨਸ਼ੇ ਦੇ ਲੱਗੇ ਸਾਡੀ ਆਹੀ ਰਿਕੁਐਸਟ ਹੈ ਜੀ ਵੀ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਹਟਾਇਆ ਜਾਵੇ ਨਸ਼ਾ ਜਿਹੜਾ ਵਿਕੀ ਜਾਂਦਾ ਬਸਤੀ ਦੇ ਵਿੱਚ ਆਮ ਉਹਨੂੰ ਬੰਦ ਕੀਤਾ ਜਾਵੇ ਗਾਂਜਾ ਚਿੱਟਾ ਚਿੱਟੀਆਂ ਗੋਲੀਆਂ ਇਹ ਸਭ ਚੀਜ਼ਾਂ ਵਿਕੀ ਜਾਂਦੀਆਂ ਵੀ ਸਾਰੇ ਦੇ ਉੱਤੇ ਸਕੰਜਾ ਕੱਸਿਆ ਜਾਵੇ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਸਾਡੀ ਨਵੀਂ ਜਨਰੇਸ਼ਨ ਉਹ ਬਚ ਜਾਵੇ ਬਸ ਇੰਨੀ ਤਾਂ ਦੋਨੇ ਹੀ ਨਹੀਂ ਨਹਾਉਂਦੇ ਉਹ ਕਹਿੰਦਾ ਦੋਨੇ ਹੀ ਨਹਾਉਣਗੇ ਕਹਿੰਦਾ ਕਿਵੇਂ ਉਹ ਕਹਿੰਦਾ ਜੀ ਜਿਹੜਾ ਗੰਦਾ ਬੰਦਾ ਉਹ ਲਿਬੜਿਆ ਉਹਨੂੰ ਲੋੜ ਆ ਤੇ ਜਿਹੜਾ ਨਹਾਤਾ ਧੋਤਾ ਉਹਨੂੰ ਆਦਤ ਬਣੀ ਉਹ ਵੀ ਨਹਾਊ ਹੁਣ ਉਹ ਕਹਿੰਦੇ ਜੀ ਗੱਲ ਸਮਝ ਨਹੀਂ ਆਈ ਹੁਣ ਕਹਿੰਦਾ ਸਮਝ ਕੀ ਆਈ ਤਾਂ ਦਲੀਲਾਂ ਦੇਣੀਆਂ ਵਕੀਲ ਆ ਤੇ ਉਹੀ ਵਕੀਲ ਦੇ ਸ਼ਿਕਾਰ ਤੁਸੀਂ ਸਾਰੇ ਬੈਠੇ ਹੋ ਉਹ ਵਕੀਲ ਕੌਣ ਆ ਸਾਡਾ ਬਾਈ ਜੀ ਜ਼ਿਆਦਾਤਰ ਮੀਡੀਆ ਅੱਜ ਸੱਦਾ ਦਿੱਤਾ ਵੀ ਇੱਥੇ ਮੀਡੀਆ ਨੂੰ ਓਪਨ ਕਈ ਭਰਾ ਇੱਥੇ ਪਹੁੰਚਿਆ ਚੈਨਲਾਂ ਵਾਲੇ ਇਹਨਾਂ ਦਾ ਕੀ ਆ ਸਿਰ ਮੱਥੇ ਆ ਇਹਨਾਂ ਦਾ ਧੰਨਵਾਦ ਕਰਦੇ ਆ ਇਹ ਭਰਾਓ ਨੇ ਜਿਹੜਾ ਦੱਤ ਰੱਖਦੇ ਆ ਅੱਜ ਬਾਈ ਜੀ ਇਹਨਾਂ ਦਾ ਮੁੱਦਾ ਕੀ ਆ ਕੋਈ ਕਹਿੰਦਾ ਬਾਦਲ ਦਾ ਕੀ ਬਣੂ ਕੋਈ ਕਹਿੰਦਾ ਕੈਪਟਨ ਦਾ ਕੀ ਬਣੂ ਅੱਜ ਇਹੀ ਜਿਹੜਾ ਇਹਨਾਂ ਦਾ ਵਕੀਲ ਮੀਡੀਆ ਨਾ ਇਹ ਬਾਈ ਜੀ ਨਵਜੋਤ ਸਿੱਧੂ ਦੇ ਗੁਣ ਗਾਈ ਜਾਂਦਾ ਯਾਰ ਕੋਈ ਕੈਪਟਨ ਦੇ ਗੁਣ ਗਾਈ ਜਾਂਦਾ ਰੌਲਾ ਕੀ ਆ ਜਿਹੜੇ ਕਿਸਾਨ ਅੰਦੋਲਨ ਦੇ ਵਿੱਚੋਂ ਚੈਨਲ ਖੜੇ ਹੋਏ ਸੀ ਉਹ ਚੈਨਲ ਵੀ ਬਾਈ ਜੀ ਅੱਜ ਕੱਲ੍ਹ ਕੀ ਇਹਨਾਂ ਦੇ ਵਕੀਲ ਬਣੇ ਬੈਠੇ ਆ
ਉਹਨਾਂ ਨੂੰ ਬੇਨਤੀ ਕੀਤੀ ਵੀ ਜਰਾ ਪੋਸਟ ਸਾਂਝੀ ਕਰ ਦਿਓ, ਫੋਨ ਕਰਕੇ ਕਿਹਾ ਬਾਈ ਜੀ ਉਹਨਾਂ ਨੇ ਚੈਨਲਾਂ ਤੇ ਵੀ ਨਹੀਂ ਪਾਈ। ਰੌਲਾ ਕੀ ਆ, ਉਹ ਵੀ ਨਹੀਂ ਚਾਹੁੰਦੇ ਮੁੱਦੇ ਦੀ ਸਿਆਸਤ ਹੋਵੇ। ਚਿੱਟਾ ਸਾਡਾ ਮੁੱਦਾ ਹੈਗਾ ਕਿ ਨਹੀਂ ਹੈਗਾ, ਬਾਂਹ ਖੜੀ ਕਰਕੇ ਦੱਸੋ। ਕੀ ਕੀਤਾ ਉਹਨੇ ਲਿਜਾ ਕੇ ਤੀਜੇ ਦਿਨ ਸਾਡਾ ਬੰਦਾ ਛੱਡ ਦਿੱਤਾ। ਉਹ ਧਰਨੇ ਦੇ ਉੱਤੋਂ ਦੀ ਜਦੋਂ ਲੰਘਿਆ, ਉਹ ਗਾਲਾਂ ਵੀ ਕੁੜੀਆਂ ਨੂੰ ਕੱਢ ਕੇ ਲੰਘਿਆ, ਸਾਡੀਆਂ ਔਰਤਾਂ ਨੂੰ। ਕਿਉਂਕਿ ਮੇਰੇ ਨਾਲ 10-12 ਬੰਦੇ ਗਰੀਬ ਪਰਿਵਾਰ ਆਇਆ, ਇਹਨਾਂ ਦੀ ਵੀਹ ਦੇ ਵਿੱਚ ਇੰਨਾ ਚਿੱਟਾ ਵਗਦਾ, ਇਹ ਪੰਚਾਇਤਾਂ ਨੂੰ ਵੀ ਸੁਨੇਹਾ ਦਿੰਦਾ ਵੀ ਇਹਦਾ ਹੱਲ ਕਰੋ। ਕੋਈ ਪੰਚਾਇਤ ਨੇ ਹੱਲ ਨਹੀਂ ਕੀਤਾ। ਪੁਲਿਸ ਕੋਲੇ ਗਏ, DSP ਕੋਲੇ ਗਏ, ਫਰਿਆਦ ਲੈ ਗਏ, ਉੱਥੇ ਕਿਸੇ ਨੇ ਵੀ ਕੋਈ ਹੱਲ ਨਹੀਂ ਕੀਤਾ। ਮੈਂ ਇਸ ਕਰਕੇ ਸਮਾਪਤੀ ਦਿਨ ਕਰਦਾ। ਸਾਡੇ ਪਿੰਡ ਦੂਰ ਚੱਕ ਅਗਲੇ ਸ਼ਨੀਵਾਰ ਦਾ ਕੱਟ ਗਰਾਊਂਡ 'ਚ ਰੱਖਿਆ, ਉੱਥੇ ਤੁਸੀਂ ਸਭ ਨੇ ਪਹੁੰਚਣਾ। ਮੇਰੀ ਹੱਥ ਬੰਨ੍ਹ ਕੇ ਅਪੀਲ ਆ, ਤੁਸੀਂ ਆਪੋ ਆਪਣੇ ਬੱਚੇ ਬਚਾ ਲਓ। ਸਰਕਾਰਾਂ ਨਹੀਂ ਚਾਹੁੰਦੀਆਂ ਇਹ ਬਾਜਾਂ। ਇਸ ਕਰਕੇ ਮੈਂ ਬਹੁਤ ਪੀੜਤ ਹਾਂ। ਕੈਪਟਨ ਅਮਰਿੰਦਰ ਸਿੰਘ ਦਾ ਸੁਹਾਗ ਕੀਤਾ। ਸ਼ਰਮ ਦੀ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚ ਅੱਜ ਨਸ਼ੇ ਦੇ ਨਾਲ ਨੌਜਵਾਨ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ, ਪੁੱਤਾਂ ਦੀਆਂ ਲਾਸ਼ਾਂ ਮਾਪਿਆਂ ਦੇ ਮੋਢਿਆਂ ਤੇ ਜਾ ਰਹੀਆਂ। ਸੋ ਸਰਕਾਰ ਨੂੰ ਬੇਨਤੀ ਹੈ ਕਿ ਲੋਕ ਜਾਗ ਚੁੱਕੇ ਹੈ। ਇਹ ਰੈਲੀਆਂ ਹੁਣ ਹਰ ਹਲਕੇ ਦੇ ਵਿੱਚ ਹੋਣਗੀਆਂ। ਅੱਜ ਪੂਰਾ ਪੰਜਾਬ ਤਰਸਦਾ ਹੈ। ਇਹ ਜਿਹੜੀਆਂ ਰੈਲੀਆਂ ਹੈਗੀਆਂ, ਇਹਨਾਂ ਦੇ ਕਰਨ ਦਾ ਮਤਲਬ ਇਹ ਹੈ ਕਿ ਸਰਕਾਰ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਿਹੜੇ 5-5 ਲੱਖ ਰੁਪਈਆ ਲਾ ਕੇ ਤੁਸੀਂ ਹੋਰਡਿੰਗ ਲਾਏ ਹੈ ਕਿ 45,000 ਨਸ਼ਾ ਤਸਕਰ ਤੁਸੀਂ ਪੰਜਾਬ 'ਚ ਫੜ ਲਏ, ਤੁਹਾਨੂੰ ਬੇਨਤੀ ਹੈ ਕਿ ਸਿਰਫ 45 ਤਸਕਰ ਫੜੋ, ਉਹਨਾਂ ਵਿੱਚ 20 ਲੀਡਰ ਫੜੋ, 20 ਪੁਲਿਸ ਦੇ ਅਫਸਰ ਫੜੋ, ਔਰ 5 ਜਿਹੜੇ ਲੋਕ ਸੰਤਾਂ ਦੇ ਚੋਲੇ ਪਾ ਕੇ ਨਸ਼ਾ ਵੇਚਦੇ ਆ ਉਹਨਾਂ ਨੂੰ ਫੜ ਲਓ। 45 ਬੰਦੇ ਫੜ ਲਓਗੇ, ਪੰਜਾਬ 'ਚੋਂ ਨਸ਼ਾ ਖਤਮ ਹੋ ਜਾਏਗਾ। ਸੋ ਅੱਜ ਬਹੁਤ ਵੱਡੇ ਇਕੱਠ ਨੇ ਸਰਕਾਰ ਤੋਂ ਮੰਗ ਕੀਤੀ ਹੈ ਔਰ ਸਟੇਜ ਦੇ ਉੱਤੋਂ ਨਾਂ ਤੱਕ ਲਏ ਹੈ ਪੁਲਿਸ ਦੀ ਹਾਜ਼ਰੀ 'ਚ। ਸੋ ਸ਼ਰਮ ਆਉਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਕਿ ਲੋਕ ਜਿਹੜੇ ਹੈਗੇ ਆ ਤਰਾਹੀ ਕਰ ਰਹੇ ਆ। ਤੁਸੀਂ ਕਾਹਦੀਆਂ ਤਨਖਾਹਾਂ ਲੈਂਦੇ ਹੋ, ਕਾਹਦੀ ਜ਼ਿੰਮੇਵਾਰੀ ਹੈ ਤੁਹਾਡੇ ਤੇ। ਸੋ ਅੱਜ ਲੋਕਾਂ ਨੇ ਵੱਡਾ ਇਕੱਠ ਕਰਕੇ ਇੱਕ ਰੋਸ ਪ੍ਰਗਟ ਕੀਤਾ। ਸਰਕਾਰ ਨਹੀਂ ਜਾਗੇਗੀ ਤਾਂ ਲੋਕ ਸੜਕਾਂ ਤੇ ਨਸ਼ਿਆਂ ਦੇ ਮੁੱਦੇ ਤੇ ਨਿਕਲਣਗੇ, ਖੇਤੀ ਦੇ ਮੁੱਦੇ ਤੇ ਨਿਕਲਣਗੇ, ਬੇਰੁਜ਼ਗਾਰੀ ਦੇ ਮੁੱਦੇ ਤੇ ਨਿਕਲਣਗੇ, ਐਜੂਕੇਸ਼ਨ ਦੇ ਮੁੱਦੇ ਤੇ ਨਿਕਲਣਗੇ। ਅੱਜ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਆਉਣ ਵਾਲੀ 2022 ਚ ਲੋਕ ਲੀਡਰਾਂ ਦਾ ਬਾਹਰ ਨਿਕਲਣਾ ਮੁਹਾਲ ਕਰ ਦੇਣਗੇ। ਜਿਸ ਤਰ੍ਹਾਂ ਇੱਥੇ ਪਿੱਛੇ ਜੀ ਕਈ ਮੌਤਾਂ ਹੋ ਚੁੱਕੀਆਂ ਜੀ, ਕਈ ਹਿਡਨ ਵੀ ਹੋ ਗਈਆਂ, ਕਈਆਂ ਨੇ ਰਿਪੋਰਟ ਨੇ ਲਿਖਾਈ। ਉਸ ਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ ਜੋ ਪਿੰਡ ਦੇ ਹਾਲਾਤ ਨੇ? ਦੇਖੋ, ਸਵਾਲ ਇਹ ਹੈ ਕਿ ਅੱਜ ਦੀ ਰੈਲੀ ਦੇ ਵਿੱਚ ਲੋਕਾਂ ਨੂੰ ਇੱਕ ਬੇਨਤੀ ਕੀਤੀ ਗਈ ਹੈ ਕਿ ਆਪ ਦਾ ਦੁੱਖ ਜਿਹੜਾ ਹੈਗਾ ਉਹਦਾ ਰੌਲਾ ਕੋਠੇ ਤੇ ਚੜ੍ਹ ਕੇ ਪਾਓ। ਅੱਜ ਬਹੁਤ ਤਰ੍ਹਾਂ ਦੇ ਨਸ਼ੇ ਨੇ। ਸਟਾਰਟਿੰਗ ਨਸ਼ੇ ਛੋਟੀਆਂ ਗੋਲੀਆਂ ਤੋਂ ਹੁੰਦੇ ਨੇ, ਫਿਰ ਟੀਕਿਆਂ ਤੇ, ਫਿਰ ਆਈਸ ਡਰੱਗ ਤੇ ਸਿੰਥੈਟਿਕ ਨਸ਼ੇ ਤੱਕ ਬੱਚੇ ਪਹੁੰਚ ਜਾਂਦੇ ਆ। ਸੋ ਪੰਜਾਬ ਦੇ ਲੋਕਾਂ ਨੂੰ ਜਾਗਣਾ ਪਏਗਾ, ਪਰ ਪੰਜਾਬ ਦੇ ਲੋਕਾਂ ਦਾ ਜਾਗਣਾ ਉਸ ਵੇਲੇ ਤੱਕ ਕੰਮ ਨਹੀਂ ਆਏਗਾ ਜਿਸ ਵੇਲੇ ਤੱਕ ਸਾਡੇ ਲੀਡਰ, ਸਾਡੀ ਪੁਲਿਸ ਤੇ ਪੰਜਾਬ ਦੇ ਬੁੱਧੀਜੀਵੀ ਜਿਹੜੇ ਹੈਗੇ ਆ ਉੱਠ ਕੇ ਖੜੇ ਨਹੀਂ ਹੁੰਦੇ। ਸਾਰਿਆਂ ਨੂੰ ਖੜੇ ਹੋ ਕੇ ਇਸ ਮਸਲੇ ਦੇ ਵਿਰੁੱਧ ਇੱਕ ਲਾਮਬੰਦੀ ਕਰਨੀ ਪਏਗੀ। ਸੋ ਅੱਜ ਕੋਈ ਵੀ ਪੋਲੀਟੀਕਲ ਪਾਰਟੀ ਇਸ ਮੁੱਦੇ ਦੇ ਉੱਤੇ ਨਹੀਂ ਬੋਲਦੀ। ਇਹ ਬੇਹੱਦ ਸ਼ਰਮ ਦੀ ਗੱਲ ਹੈ, ਜਦੋਂ ਕਿ ਇਸ ਮੁੱਦੇ ਦੇ ਉੱਤੇ ਲਗਾਤਾਰ ਪੋਲੀਟੀਕਲ ਪਾਰਟੀਆਂ ਨੂੰ ਅੰਦੋਲਨ ਕਰਨੇ ਚਾਹੀਦੇ ਸੀ। ਸੋ ਅੱਜ ਲੋਕਾਂ ਦੇ ਜਾਗਣ ਦਾ ਵੇਲਾ ਔਰ ਇਕੱਠੇ ਹੋ ਕੇ ਆਮ ਲੋਕਾਂ ਦੇ ਵਿੱਚੋਂ ਉਮੀਦਵਾਰ ਖੜੇ ਕਰਨ ਦਾ ਵੇਲਾ ਹੈ। ਹੁਣ ਤੱਕ ਚੁਣੀਆਂ ਗਈਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਤੇ ਜਿੰਨਾ ਚਿਰ ਕਾਟਾ ਲੋਕ ਨਹੀਂ ਮਾਰਨਗੇ ਉਹਨਾਂ ਚਿਰ ਇਹ ਪੋਲੀਟੀਕਲ ਮਾਫੀਏ ਨਸ਼ਾ ਤਸਕਰਾਂ ਦੇ ਨਾਲ ਰਲ ਕੇ ਇਸੇ ਤਰ੍ਹਾਂ ਵਪਾਰ ਕਰਦੇ ਰਹਿਣਗੇ। ਕੀ ਲੱਗਦਾ ਤੁਹਾਨੂੰ ਵੀ ਪੋਲੀਟੀਕਲੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਆਪ ਕੈਂਡੀਡੇਟ ਖੜੇ ਹੋਣ ਵਾਲੇ ਇਸ ਮਸਲੇ ਦਾ ਹੱਲ ਹੋ ਜਾਊਗਾ? ਕਿਉਂਕਿ ਹਰ ਆਦਮੀ ਜੋ ਪੋਲੀਟੀਕਲ ਅਪਰੋਚ ਦੇ ਵਿੱਚ ਆ ਜਾਂਦਾ ਉਸ ਤੋਂ ਬਾਅਦ ਉਹਦੇ ਰੰਗ ਢੰਗ ਬਦਲ ਜਾਂਦੇ ਨੇ। ਦੇਖੋ, ਸਵਾਲ ਇਹ ਹੈ ਜਿਨ੍ਹਾਂ ਦੇ ਰੰਗ ਢੰਗ ਬਦਲਦੇ ਆ ਉਹਨਾਂ ਦੀ ਗਿਣਤੀ 500-400 ਤੋਂ ਜ਼ਿਆਦਾ ਨਹੀਂ ਹੈ, ਪਰ ਜਿਨ੍ਹਾਂ ਦੇ ਘਰ ਬਰਬਾਦ ਹੋ ਜਾਂਦੇ ਆ ਉਹਨਾਂ ਦੀ ਗਿਣਤੀ ਲੱਖਾਂ ਤੇ ਕਰੋੜਾਂ ਦੇ ਵਿੱਚ ਹੈ। ਅੱਜ ਲੋਕ ਇੱਕ ਰਸਤਾ ਭਾਲ ਰਹੇ ਆ ਔਰ ਅਸੀਂ ਅੱਜ ਇਸ ਰੈਲੀ ਦੇ ਵਿੱਚ ਔਰ ਹਮੇਸ਼ਾ ਤੁਹਾਡੇ ਚੈਨਲ ਰਾਹੀਂ ਇਹ ਬੇਨਤੀ ਕਰਦੇ ਹਾਂ ਕਿਸਾਨ ਆਗੂਆਂ ਨੂੰ, ਮਜ਼ਦੂਰ ਆਗੂਆਂ ਨੂੰ, ਮੁਲਾਜ਼ਮ ਆਗੂਆਂ ਨੂੰ ਤੇ ਬੁੱਧੀਜੀਵੀਆਂ ਨੂੰ ਕਿ ਲੋਕਾਂ ਨੂੰ ਇੱਕ ਜਰਨੈਲੀ ਸੜਕ ਦਿਓ। ਉਹ ਲਿੰਕ ਰੋਡਾਂ ਛੱਡ ਦੇਣਗੇ। ਆਮ ਆਦਮੀ ਪਾਰਟੀ ਨੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦਾ ਵਾਅਦਾ ਕਰਤਾ ਸੀ,
ਔਰ ਉਸ ਵਾਅਦੇ ਤੇ ਲੋਕਾਂ ਨੇ ਖਰੇ ਉਤਰਦਿਆਂ 4 MP ਦੀਆਂ ਸੀਟਾਂ ਦੇਤੀਆਂ ਸੀ ਔਰ 52 ਹਲਕਿਆਂ 'ਚ ਵਾਧਾ ਦਿੱਤਾ ਸੀ। ਆਮ ਆਦਮੀ ਪਾਰਟੀ ਵਿਕੀ ਹੈ, ਲੋਕ ਨਹੀਂ ਵਿਕਦੇ। ਸੋ ਲੋਕ ਜਿਸ ਦਿਨ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਛੱਡ ਕੇ ਹਰ ਹਲਕੇ ਨੂੰ ਕਿਲ੍ਹਾ ਬਣਾ ਕੇ, ਕਿਉਂਕਿ ਅੱਜ ਸਾਡੀ ਸਮੱਸਿਆ ਪੋਲੀਟੀਕਲ ਮਾਫੀਆ ਹੈ, ਇਹ ਸਾਰੇ ਰਿਸ਼ਤੇਦਾਰ ਹੈ, ਇਹਨਾਂ ਦੇ ਕਾਰੋਬਾਰ ਸਾਂਝੇ ਹੈ। ਆਮ ਆਦਮੀ ਪਾਰਟੀ 'ਚ ਅਕਾਲੀ ਕਾਂਗਰਸੀ ਚਲੇ ਗਏ ਹੈ, ਲੋਕ ਨਹੀਂ ਜਾਗਣਗੇ ਤਾਂ ਲੋਕ ਹਾਰਨਗੇ। ਸਾਨੂੰ ਲੀਡਰ ਚੁਣਨੇ ਬੰਦ ਕਰਨੇ ਪੈਣਗੇ ਔਰ ਨੁਮਾਇੰਦਾ ਚੁਣਨਾ ਪਏਗਾ ਆਪਦੇ ਚੋਂ ਖੜਾ ਕਰਕੇ, ਤਾਂ ਪੋਲੀਟੀਕਲ ਮਾਫੀਆ ਟੁੱਟੇਗਾ ਤੇ ਤਾਂ ਹੀ ਪੰਜਾਬ ਜਿੱਤੇਗਾ ਤੇ ਲੋਕ ਜਿੱਤਣਗੇ। ਤੇ ਉਹਦਾ ਕਾਰਨ ਨਾ ਮਾਰਦੀ ਘਰਾਂ ਦੇ ਵਿੱਚ ਕਲੇਸ਼, ਉਹ ਤਾਂ ਨਸ਼ੇ ਤੋਂ ਵੀ ਵੱਧ ਕੇ ਨੁਕਸਾਨਦਾਇਕ ਹੈ। ਇਹ ਕਹਿੰਦੇ ਇੱਕ ਬੰਦਾ ਇੱਕ ਗੋਲੀ ਖਾ ਕੇ ਉਹਦੀ ਮੌਤ ਵੀ ਹੋ ਸਕਦੀ ਹੈ। ਬਾਈ ਜੀ ਓਟ ਸੈਂਟਰ ਦਾ ਰਿਜ਼ਲਟ 3% ਆ। 3% 100 ਚੋਂ ਕਿੰਨਾ ਕੁ ਬਣਦਾ? ਪੰਜਾਬ ਨੇ ਡੈਪੋ ਬਣਾਏ ਆ, ਉਹ ਵੀ ਸਾਰੇ ਕੀ ਆ ਖਤਮ ਹੋਏ ਪਏ ਆ, ਕਿਸੇ ਦਾ ਕੋਈ ਆਊਟਪੁੱਟ ਨਹੀਂ ਆ ਰਹੀ। ਇਸ ਕਰਕੇ ਸਾਰਿਆਂ ਨੂੰ ਇੱਕੋ ਬੇਨਤੀ ਕਰਦੇ ਆ ਕਿ ਇਹਨਾਂ ਦੇ ਸਰਕਾਰਾਂ ਤੇ ਝਾਕ ਕਰਨੀ ਛੱਡ ਕੇ ਆਪ ਸਿਰ ਜੋੜ ਲਓ। ਸਿਰ ਜੋੜ ਕੇ ਕੀ ਆ ਇੱਕੋ ਕੰਮ ਕਰਨਾ ਪਊ, ਵਿਧਾਨ ਸਭਾ 'ਚ ਚੰਗੇ ਲੋਕ ਭੇਜਣੇ ਪੈਣਗੇ ਤੇ ਸਖਤ ਕਾਨੂੰਨ ਬਣਾਉਣ ਵਾਸਤੇ ਇਹਨਾਂ ਦੇ ਹਲਕ 'ਚ ਡੰਡਾ ਦੇਣਾ ਪਊ। ਅੱਜ ਚਿੱਟੇ ਦੀ ਕਮਰਸ਼ੀਅਲ ਡੋਜ਼ 250 ਗ੍ਰਾਮ ਆ ਤੇ ਸਾਨੂੰ ਉਹ 250 ਗ੍ਰਾਮ ਡੋਜ਼ ਆ ਜਿਹੜੀ ਉਹ ਕੀ ਆ ਘਟਾ ਕੇ ਮੈਂ ਕਹਿੰਦਾ 10 ਗ੍ਰਾਮ ਕਰ ਦੇਣ, ਪੰਜਾਬ 'ਚ ਚਿੱਟਾ ਇੱਕ ਦਿਨ 'ਚ ਬੰਦ ਹੁੰਦਾ। ਤਾਂ ਕਾਨੂੰਨ ਵੀ ਜੱਜ ਦੇ ਨਹੀਂ ਬਣੇ ਵੇ, ਲੋਕ ਤਹਈਆ ਕਰਨੇ ਸਰਕਾਰਾਂ ਤੋਂ ਬੰਦ ਕਰਵਾਉਣੇ। ਆਪਾਂ ਆਪ ਇਹਨਾਂ ਨਾਲ ਲੜ ਕੇ ਸਿਰ ਨਹੀਂ ਪੜਵਾਉਣੇ, ਨਾ ਹੀ ਇਹ ਹੱਲ ਆ। ਸਿਰ ਜੋੜ ਕੇ ਪਿੰਡ ਦੀ ਇਕੱਤਰਤਾ ਕਰਕੇ ਮਾੜੇ ਬੰਦਿਆਂ ਦੀ ਲੱਤ ਨਾਲ ਲੱਤ ਬੰਨ੍ਹ ਕੇ ਪਿੰਡਾਂ ਵਾਲੇ ਬਾਦਲ ਕੈਪਟਨਾਂ ਨੂੰ ਵੀ ਇਹਨਾਂ ਦਾ ਸਾਥ ਦੇਣੋਂ ਰੋਕਣ ਵਾਸਤੇ ਇੱਕ ਤਰੀਕਾਕਾਰ ਆ ਜਿਹੜਾ ਪਿੰਡਾਂ 'ਚ ਆ ਕੇ ਸਾਂਝਾ ਕਰਾਂਗੇ। ਸੱਦਾ ਦਿਓ, ਲੋਕ ਅਧਿਕਾਰ ਲਹਿਰ ਦੇ ਪੇਜ ਤੋਂ ਵੀ ਜੁੜ ਸਕਦੇ ਹੋ। ਨੰਬਰ ਮੈਂ ਬੋਲ ਦੇਣਾ 94 173 16401 94639 34000। ਕਿਸੇ ਵੀ ਨੰਬਰ ਤੇ ਫੋਨ ਕਰਕੇ ਆਪਦੇ ਪਿੰਡਾਂ 'ਚ ਸੱਦਿਓ ਤੇ ਇਸ ਮਸਲੇ ਤੇ ਜੇ ਤੁਸੀਂ ਪੰਜਾਬ ਦਾ ਮਸਲਾ ਮੰਨਦੇ ਹੋ ਤੇ ਸਿਆਸੀ ਲੋਕਾਂ ਤੋਂ ਕੋਈ ਆਸ ਨਹੀਂ ਰਹੀ ਤਾਂ ਇਹਨਾਂ ਦੀਆਂ ਪੂਛਾਂ ਛੱਡ ਕੇ ਹੁਣ ਆਜੋ ਰਲ ਕੇ ਲੜਾਈ ਲੜੀਏ। ਬਾਈ ਜੀ ਕੈਪਟਨ ਦੇ ਪਿੰਡ ਵਿੱਚ 2 ਮੌਤਾਂ ਹੋਈਆਂ ਹੁਣੀ ਪਿਛਲੇ ਹਫ਼ਤੇ ਹੀ, ਉਹਨਾਂ ਦਾ ਸੰਸਕਾਰ ਵੀ ਕਰ ਦਿੱਤਾ ਗਿਆ। ਕਿਤੇ ਨਾਲ ਦੱਸ ਰਹੇ ਨੇ ਪਰ ਇਹਨੂੰ ਲੁਕੋਇਆ ਗਿਆ ਗੱਲ ਨੂੰ। ਕੀ ਕਹਿਣਾ ਚਾਹੋਗੇ ਤੁਸੀਂ? ਬਾਈ ਜੀ ਮੈਂ ਕਹਿਣਾ ਇਹ ਗੱਲ ਲੁਕਾਉਣ ਵਾਲੀ ਤਾਂ ਰਹੀ ਨਹੀਂ। ਉਹਨੂੰ ਪੰਜਾਬ ਦੇ ਵਿੱਚ ਜੱਗ ਜ਼ਾਹਰ ਹੋ ਚੁੱਕਿਆ। ਕੱਲਾ ਇੱਥੇ 2 ਮੌਤਾਂ ਨਹੀਂ, ਅੱਜ ਰੈਲੀ ਕੈਪਟਨ ਦੇ ਪਿੰਡ ਤਾਂ ਰੱਖੀ ਆ ਤਾਂ ਕਿ ਕੈਪਟਨ ਜਾਗ ਜੇ, ਪਰ ਉਹ ਜਾਗਣ ਦੀ ਕੋਈ ਆਸ ਉਹ ਤੋਂ ਕੋਈ ਸਾਨੂੰ ਰਹੀ ਨਹੀਂ। ਸਾਨੂੰ ਪਰ ਕੀ ਆ ਇੱਕੋ ਗੱਲ ਕਹਿਣੇ ਆ, ਕੈਪਟਨ ਸਾਹਿਬ ਦੀਆਂ ਆਯਾਸ਼ੀਆਂ ਛੱਡ ਕੇ 4.5 ਸਾਲ ਹੋ ਗਏ ਤੁਹਾਨੂੰ ਸਿਸ਼ਮਾ ਦੇ ਵਿੱਚ ਬੜਿਆਂ ਨੂੰ। ਇੱਕੋ ਔਰਤ ਨੂੰ ਕੀ ਆ ਤੁਸੀਂ ਕੀ ਆ ਸਾਰੇ ਜਾਣਦੇ ਆ ਕਿ ਕੀ ਆ ਇੱਕ ਆਪਦਾ ਭੋਗ ਵਿਲਾਸ ਦੇ ਵਿੱਚ ਉਲਝੇ ਹੋਏ ਆ। ਸਾਡਾ ਯਾਰ ਰਾਜਾ ਹੀ ਜਦੋਂ ਅਸੀਂ ਇਹੋ ਜਿਹਾ ਚੁਣ ਲਿਆ, ਆਯਾਸ਼ ਬੰਦੇ ਨੂੰ ਰਾਜਾ ਚੁਣਿਆ ਤਾਂ ਭੋਗਦੇ ਆ। ਆਉਣ ਵਾਲੇ ਸਮੇਂ 'ਚ ਉਹਦਾ ਹੱਲ ਜੇ ਕਰਵਾਉਣਾ ਤਾਂ ਚੰਗੇ ਕਿਰਦਾਰਾਂ ਵਾਲੇ ਲੋਕ ਆਪਣੇ 'ਚੋਂ ਕੱਢ ਲਓ। ਸਿਆਸੀ ਪਾਰਟੀਆਂ ਦਾ ਸਾਰੀਆਂ ਦਾ ਬਾਈਕਾਟ ਕਰਕੇ ਕਿਸਾਨ ਜਥੇਬੰਦੀਆਂ ਹੋਰ ਵੀ ਜਿਹੜੀਆਂ NGO ਕਲੱਬ ਨੇ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਬਣਾਈਏ। ਲੋਕ ਅਧਿਕਾਰ ਲਹਿਰ ਇੱਕ NGO ਦੇ ਰੂਪ 'ਚ ਪੰਜਾਬ ਦੇ ਵਿੱਚ ਸਿਆਸੀ ਚੇਤਨਤਾ ਪੈਦਾ ਕਰ ਰਹੀ ਆ ਤੇ ਇਹ ਕੀ ਆ ਵਾਅਦਾ ਕਰਦੀ ਆ ਪੰਜਾਬ ਦੇ ਲੋਕਾਂ ਨੂੰ ਕਿ ਇੱਕ ਪਲੇਟਫਾਰਮ ਪ੍ਰੋਵਾਈਡ ਕਰਵਾ ਕੇ 117 ਦੇ 17 ਹਲਕਿਆਂ ਦੇ ਵਿੱਚ ਇੱਕ ਸਿਆਸੀ ਵਿੰਗ ਦੇ ਤੌਰ ਤੇ ਸਾਰੇ ਭਰਾਵਾਂ ਨੂੰ ਇਕੱਠੇ ਕਰਕੇ ਇੱਕ ਲੜਾਈ ਲੜੀ ਜਾਊ ਤੇ ਵਿਧਾਨ ਸਭਾ 'ਚ ਚੰਗੇ ਲੋਕ ਭੇਜ ਕੇ, ਕਿਉਂਕਿ ਸਾਰੇ ਇਹਨਾਂ ਮਾਮਲਿਆਂ ਦੀ ਜੜ ਰਾਜਨੀਤਿਕ ਮਾਫੀਆ ਤੇ ਰਾਜਨੀਤਿਕ ਮਾਫੀਆ ਨੂੰ ਨੱਥ ਪਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਕੀ ਹੈ ਇੱਕ ਤਹਈਆ ਕਰਕੇ ਇੱਕ ਲੜਾਈ ਲੜਨੀ ਪੈਣੀ ਆ। ਫਸਲਾਂ ਬਚਾਉਣ ਦੇ ਨਾਲ ਨਾਲ ਨਸਲਾਂ ਬਚਾਉਣ ਦੀ ਲੜਾਈ ਘਰੇ ਲੜਾਂਗੇ। ਭਾਈ ਜੀ ਜਿਵੇਂ ਕੈਪਟਨ ਸਾਹਿਬ ਨੇ ਇੱਥੇ ਸਹੁੰ ਖਾਧੀ ਇਸੇ ਰਾਜ ਮੰਡੀ 'ਚ ਕਿ ਮੈਂ ਨਸ਼ਾ ਮੁਕਤ ਕਰ ਦੂੰਗਾ ਪੂਰੇ ਪੰਜਾਬ ਨੂੰ, ਪਰ ਹਾਲੇ ਤੱਕ ਇਹ ਕੰਡੀਸ਼ਨਾਂ ਨਹੀਂ ਬਣ ਸਕੀਆਂ। ਬਾਈ ਜੀ ਉਹ ਸਾਰੇ ਪੰਜਾਬ ਦੇਖ ਰਿਹਾ। ਅੱਜ ਜਿਹੜਾ ਸੋਸ਼ਲ ਮੀਡੀਆ ਤੇ ਡਾਟਾ ਦਿਖਾਇਆ ਜਾ ਰਿਹਾ ਵੀ ਇੰਨੇ ਕਿਲੋ ਭੁੱਖੀ ਫੜ ਲਈ ਜੀ, ਇੰਨੇ ਗ੍ਰਾਮ ਚਿੱਟਾ ਫੜ ਲਿਆ, ਮੈਂ ਕਹਿੰਦਾ ਜਿਹੜਾ ਫੜਿਆ ਜਾਂਦਾ ਉਹ ਤਾਂ ਗਣਾਤਾ, ਜਿਹੜਾ ਵੰਡਿਆ ਜਾ ਰਿਹਾ ਉਹ ਕਿੰਨਾ ਉਹਦਾ ਅੰਦਾਜ਼ਾ ਤਾਂ ਤੁਸੀਂ ਇਹ ਲਾ ਲਓ ਕਿ 2% ਵੀ ਉਹ ਫਿਗਰ ਨਹੀਂ ਹੈ ਤੇ 98% ਫਿਗਰ ਜੋੜ ਕੇ ਹੁਣ ਐਂ ਕਰਕੇ ਦੇਖੋ ਵੀ ਹੈ ਕਿੰਨਾ। ਪਿੰਡਾਂ 'ਚ ਜਿਹੜਾ ਫੜਿਆ ਜਾਂਦਾ 10 ਗ੍ਰਾਮ 20 ਗ੍ਰਾਮ ਫੜਿਆ ਜਾਂਦਾ, ਖਾਣ ਵਾਲੇ ਬੰਦੇ ਫੜੇ ਜਾ ਰਹੇ ਆ, ਵੇਚਣ ਵਾਲੇ ਨਹੀਂ ਫੜੇ ਜਾ ਰਹੇ, ਉਹ ਸਾਰੇ ਅਸੀਂ ਜਾਣਦੇ ਆ। ਅੱਜ ਲਿਸਟ ਜਾਰੀ ਕਰਨ ਦੀ ਗੱਲ ਕੀਤੀ ਸੀ, ਲਿਸਟ ਦੇ ਵਿੱਚ ਪਹਿਲਾ ਨਾਮ ਮੈਂ ਲੈਣਾ ਕੈਪਟਨ ਅਮਰਿੰਦਰ ਸਿੰਘ ਦਾ, ਦੂਜਾ ਨਾਮ ਪੰਜਾਬ ਦਾ DGP, ਸਾਰੇ ਜ਼ਿਲ੍ਹਿਆਂ ਦੇ SSP DSP ਤੇ SHO ਸਾਰੇ ਕੀ ਆ ਚਿੱਟਾ ਵੇਚਣ ਵਾਲੇ ਆ ਜਾਂ ਉਹਨਾਂ ਦੇ ਹਮਾਇਤ ਕਰਨ ਵਾਲਾ ਵੀ ਚਿੱਟਾ ਵੇਚਣ ਵਾਲਾ। ਤੇ ਜਿਹੜੇ ਕੀ ਆ ਇਹਨਾਂ ਇਕੱਤਰਤਾਵਾਂ 'ਚ ਸ਼ਾਮਲ ਨਹੀਂ ਹੁੰਦੇ ਤੇ ਸਿਆਸੀ ਲੋਕਾਂ ਦੀਆਂ ਪੂਛਾਂ ਫੜ ਕੇ ਤੁਰੇ ਫਿਰਦੇ ਆ, ਉਹ ਬੰਦੇ ਵੀ ਇਹਦੇ ਜ਼ਿੰਮੇਵਾਰ ਆ, ਕਿਉਂਕਿ ਜਿਹੜੀ ਚੁੱਪ ਆ ਇਹ ਵੀ ਮਾੜੇ ਬੰਦੇ ਦਾ ਸਾਥ ਦੇਣਾ। ਇਸ ਕਰਕੇ ਬੇਨਤੀ ਕਰਨ ਆਏ ਆ, ਇੱਕ ਪਿੱਛੇ ਜੇ ਕੋਈ ਕਾਲਾ ਹਫ਼ਤਾ ਮਨਾਇਆ ਸੀ, ਇੱਕ ਨਾਅਰਾ ਦਿੱਤਾ ਗਿਆ ਸੀ ਮਰੋ ਜਾਂ ਵਿਰੋਧ ਕਰੋ, ਉਸ ਨਾਅਰੇ ਦਾ ਜਵਾਬ ਵੀ ਅੱਜ ਸਟੇਜ ਦੇ ਉੱਪਰ ਕੀ ਆ ਪਿੱਛੇ ਲਿਖਿਆ ਹੋਇਆ ਉਹ ਨਸ਼ਾ ਵਿਰੋਧੀ ਮੰਚ ਵੱਲੋਂ ਦਿੱਤਾ ਗਿਆ ਸੀ ਕਿ ਨਸ਼ੇ ਦੇ ਅੱਗੇ ਹਰਦੇ ਨਹੀਂ, ਵਿਰੋਧ ਕਰਾਂਗੇ ਮਰਦੇ ਨਹੀਂ। ਅਸੀਂ ਕੀ ਆ ਨਸ਼ੇ ਦੇ ਅੱਗੇ ਹਾਰ ਨਹੀਂ ਮੰਨਦੇ, ਵਿਰੋਧ ਕਰਾਂਗੇ ਤੇ ਜੇ ਸਰਕਾਰ ਨਾ ਜਾਗੂਗੀ ਤਾਂ ਆਪ ਉੱਥੇ ਕੀ ਆ ਚੰਗੇ ਬੰਦਿਆਂ ਨੂੰ ਭੇਜ ਕੇ ਉੱਥੇ ਚੰਗੇ ਕਾਨੂੰਨ ਬਣਾ ਕੇ ਪੰਜਾਬ ਦੇ ਵਿੱਚ ਇੱਕ ਸਿਸਟਮ ਖੜਾ ਕਰਾਂਗੇ ਜਿਹੜਾ ਪੰਜਾਬ 'ਚ ਨਸ਼ਾ ਬੰਦ ਕਰੂਗਾ। ਇੱਥੇ ਨਸ਼ਾ ਨਹੀਂ ਬੰਦ ਹੋ ਸਕਿਆ, 2 ਬੰਦੇ ਇੱਥੇ ਮਰ ਚੁੱਕੇ ਨੇ ਆਲਰੇਡੀ ਪਿਛਲੇ ਹਫ਼ਤੇ ਦੀ ਗੱਲ। ਇਹਦਾ ਤਾਜ਼ਾ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਇਹ ਨਸ਼ੇ ਵਾਲਾ ਮੁੱਦਾ
ਗਾਹਾਂ ਤੱਕ ਪਹੁੰਚਾਉਣ 'ਚ ਮਦਦ ਕੀਤੀ ਹੈ। ਰਹੀ ਗੱਲ, ਮੈਂ ਪੁਰਸ਼ੋਤਮ ਮਹਿਰਾਜ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ। ਇਹ ਮੁੱਦਾ ਅੱਜ ਦਾ ਨਹੀਂ ਜੀ, ਇਹ ਮੁੱਦਾ ਇੱਥੇ ਸਰਕਾਰਾਂ ਵੀ ਬਦਲ ਗਈਆਂ ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ, ਕਿਉਂਕਿ ਇੱਥੇ ਮੈਂ ਵੀ ਨਸ਼ਾ ਵਿਰੋਧੀ ਕਮੇਟੀ ਦਾ ਕਨਵੀਨਰ ਬਣ ਕੇ ਇੱਥੇ ਕੰਮ ਚਲਾਇਆ। ਇਸ 3 ਕੁ ਮਹੀਨੇ ਸਾਡਾ ਕੰਮ ਚੱਲਿਆ। 32 ਬੰਦੇ ਅਸੀਂ ਦਾਖਲ ਕਰਾਏ ਹਸਪਤਾਲਾਂ ਦੇ ਵਿੱਚ ਕੋਲੋਂ ਮਤਲਬ ਪੈਸੇ ਪਾ ਕੇ, ਤੇ ਨਾਲ ਜਿਹੜੇ ਪਿੰਡ ਦੇ ਵਿੱਚ ਨਸ਼ਾ ਵੇਚਦੇ ਸੀ ਉਹਨਾਂ ਨੂੰ ਫੜ ਕੁੱਟ ਕੇ, ਕੁਛ ਨੂੰ ਕੁੱਟ ਕੇ ਸੁਧਾਰਿਆ, ਕੁਛ ਨੂੰ ਪੁਲਿਸ ਦੇ ਹਵਾਲੇ ਕੀਤਾ। ਪਰ ਉਸ ਤੋਂ ਬਾਅਦ ਕੀ ਹੋਇਆ, ਕਿਉਂਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ, ਉਦੋਂ ਇੱਥੇ SHO ਗੁਰਪ੍ਰੀਤ ਕੌਰ ਸੀ, ਉਹ ਜਿਹੜੇ ਨੂੰ ਕਿਸੇ ਨੂੰ ਇੱਥੇ ਨਸ਼ੇ ਵਾਲੇ ਨੂੰ, ਖਾਣ ਵਾਲੇ ਨੂੰ ਫੜਨਾ ਤੇ ਸਾਨੂੰ ਸੱਦ ਲੈਣਾ ਵੀ ਵੇਖੋ ਜੀ ਇਹ ਤਾਂ ਖਾਣ ਵਾਲਾ ਹੈ। ਅਸੀਂ ਉਹਦੀ ਜੜ ਤੱਕ ਜਾਣਾ ਚਾਹੁੰਦੇ ਸੀਗੇ ਵੀ ਅਸਲ 'ਚ ਇਹ ਲਿਆਇਆ ਕਿੱਥੋਂ ਆ, ਕਿਉਂਕਿ ਇਹ ਖਾਣ ਵਾਲਾ ਦੋਸ਼ੀ ਨਹੀਂ, ਉਹ ਤਾਂ ਇੱਕ ਮਰੀਜ਼ ਹੈ। ਪਰ ਜਦੋਂ ਸਾਰੀਆਂ ਗੱਲਾਂ ਦੇ ਵਿੱਚ ਦਾ ਸਿੱਟਾ ਨਿਕਲਿਆ, ਇੱਕ ਇੱਥੋਂ ਹਰਨਾਮ ਸਿੰਘ ਵਾਲੇ ਦਾ ਨਾਂ ਬੋਲਦਾ ਸੀ, ਜਿਹੜੇ ਨੂੰ ਪੁੱਛਿਆ ਕਰਕੇ ਬੂਟਾ ਸਿੰਘ, ਅੱਜ ਤੱਕ ਕਿਸੇ ਪ੍ਰਸ਼ਾਸਨ ਨੇ ਬੂਟਾ ਸਿੰਘ ਨਾਲ ਕੋਈ ਉਹ ਨਹੀਂ ਕੀਤੇ। ਲੱਗਦੇ ਤੁਹਾਨੂੰ ਜਿਹੜਾ ਪੁਲਿਸ ਨੂੰ ਫੜਨਾ ਚਾਹੀਦਾ, ਹਾਲੇ ਤੱਕ ਪੁਲਿਸ ਕਾਰਵਾਈ ਨਹੀਂ ਕਰ ਰਹੀ। ਪਹਿਲੀ ਗੱਲ ਤਾਂ ਇਹ ਹੈ ਜੀ, ਦੇਖੋ ਤਸਕਰ ਕੋਈ ਛੁਪੇ ਵੇ ਨਹੀਂ, ਪੁਲਿਸ ਦੀ ਮਰਜ਼ੀ ਤੋਂ ਬਿਨਾਂ ਕੋਈ ਫਰ ਮਾਰ ਕੇ ਦਿਖਾਵੇ, ਲੋਕਾਂ ਦੇ ਤੌੜੇ ਦੱਬੇ ਵੇ ਘਰਾਂ ਚੋਂ ਕਢਵਾ ਲੈਂਦੇ ਆ, ਤੇ ਚਿੱਟਾ ਵੇਚਣ ਵਾਲਿਆਂ ਦਾ ਇਹਨਾਂ ਨੂੰ ਪਤਾ ਨਹੀਂ ਲੱਗਦਾ, ਸ਼ਰੇਆਮ ਵਿਕਦਾ ਜੀ। ਮਤਲਬ ਕਈ ਘਰਾਂ ਦੇ ਵਿੱਚ ਆਥਣੇ ਤੜਕੇ ਲੈਣਾ ਲੱਗਦੀਆਂ। ਅਸੀਂ ਪ੍ਰਸ਼ਾਸਨ ਕੋਲੇ ਲਿਸਟਾਂ ਬਣਾ ਦੇ ਕੇ ਹੰਭ ਗਏ, ਪਰ ਜਦੋਂ ਲੋਕ ਸਾਥ ਛੱਡ ਜਾਣ ਉਦੋਂ ਫਿਰ ਇਕੱਲੇ ਇਸ ਲਹਿਰ ਨੂੰ ਚਲਾਉਣ ਵਾਲੇ ਵੀ ਕੀ ਕਰਨਗੇ। ਹਾਂਜੀ, ਸਾਨੂੰ ਵੀ ਚੁੱਪ ਕਰਨਾ ਪਿਆ, ਤੇ ਕਿਉਂਕਿ ਜਦੋਂ ਅਸੀਂ ਪਹਿਲਾਂ ਇਕੱਠ ਕੀਤਾ ਸਾਰੇ ਪਿੰਡ ਨੇ ਸਾਥ ਦਿੱਤਾ ਜੀ। ਅੱਜ ਨੂੰ ਬਹੁਤ ਵੱਡਾ ਇਕੱਠ ਹੋ ਕੇ ਪਿੰਡ ਦੇ ਵਿੱਚ ਮਤਲਬ ਉਹ ਹੋਇਆ ਸੀ, ਪ੍ਰਦਰਸ਼ਨ ਹੋਇਆ ਸੀ, ਚੱਕਰ ਲਾਇਆ ਸੀ। ਤੇ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਉਹ ਨਸ਼ਾ ਤਸਕਰਾਂ ਦੀਆਂ ਧਮਕੀਆਂ ਮਿਲਣ ਲੱਗ ਗਈਆਂ, ਕਿਉਂਕਿ ਪੁਲਿਸ ਨਾਲ ਰਲੇ ਹੋਏ ਆ, ਤੇ ਲੋਕ ਸਾਥ ਛੱਡ ਕੇ ਵੀ ਯਾਰ ਅਸੀਂ ਤਾਂ ਕਬੀਲਦਾਰ ਹਾਂ, ਸਾਡਾ ਤਾਂ ਨੁਕਸਾਨ ਕਰ ਦੇਣਗੇ। ਪਰ ਅਸੀਂ ਅੱਜ ਵੀ ਉਸ ਤਰ੍ਹਾਂ ਖੜੇ ਹਾਂ। ਸਾਨੂੰ ਵੀ ਮੈਨੂੰ ਬਥੇਰੀਆਂ ਧਮਕੀਆਂ, ਕਿਉਂਕਿ ਮੈਂ ਕਨਵੀਨਰ ਸੀ, ਮੈਨੂੰ ਬਥੇਰੀਆਂ ਧਮਕੀਆਂ ਦਿੱਤੀਆਂ ਸੀ। ਪਰ ਅੱਜ ਤੱਕ ਆਪਾਂ ਹਜੇ ਵੀ ਠੀਕ ਹੈ, ਮਤਲਬ ਇਸ ਗੱਲ ਤੇ ਖੜੇ ਹਾਂ ਵੀ ਇਹ ਜੇ ਅੱਜ ਵੀ ਮੁੱਦਾ ਚੱਕਿਆ ਜਾਂਦਾ ਹੈ, ਕਿਉਂਕਿ ਇਹ ਬੜਾ ਅਹਿਮ ਮੁੱਦਾ ਹੈ, ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਹੈ। ਤੇ ਰਹੀ ਗੱਲ ਦੂਜੀ ਵੀ ਅਸਲ 'ਚ ਇਹਦਾ ਦੋਸ਼ੀ ਕੌਣ ਹੈ, ਇਹ ਮੁੱਦਾ ਪਣਪਿਆ ਕਿਉਂ? ਕਿਉਂਕਿ ਜੇ ਇਹ ਉਪਜਿਆ ਤਾਂ ਸਰਕਾਰਾਂ ਦੀ ਨਲਾਇਕੀ ਦਾ ਕਾਰਨ ਕਰਕੇ ਇਹ ਹੋਂਦ 'ਚ ਆਇਆ। ਬੇਰੁਜ਼ਗਾਰੀ ਵੱਧ ਗਈ, ਕੁਝ ਬੰਦੇ ਨਿਰਾਸ਼ਤਾ ਬਸ, ਕੁਝ ਬੰਦੇ ਕਰਜ਼ੇ ਦੀ ਉਸ ਤੋਂ ਜਿਵੇਂ ਅੰਕੜੇ ਦੱਸੇ ਹੈ ਉਹਦੇ ਬਸ ਲੱਗ ਗਏ। ਪਰ ਇੱਥੋਂ ਦੀ ਸਰਕਾਰਾਂ ਨੇ ਇੱਧਰ ਲਾਉਣ ਲਈ ਵੱਡੀ ਭੂਮਿਕਾ ਨਿਭਾਈ ਹੈ, ਕਿਉਂਕਿ ਸਰਕਾਰਾਂ ਨੂੰ ਡਰ ਹੈ ਜੇ ਲੋਕ ਨਸ਼ਾ ਨਹੀਂ ਕਰਨਗੇ ਤਾਂ ਸਾਥੋਂ ਨੌਕਰੀਆਂ ਮੰਗਣਗੇ, ਸਾਨੂੰ ਘੇਰਨਗੇ, ਸਾਨੂੰ ਸਵਾਲ ਕਰਨਗੇ। ਪਰ ਇਸ ਤੋਂ ਵੀ ਵੱਡੀ ਗੱਲ ਸਾਡੇ ਲੋਕਾਂ ਦੀ ਇਹ ਹੈ ਵੀ ਅੱਜ ਵੀ ਲੋਕ ਇਹ ਨਹੀਂ ਸਮਝਦੇ ਵੀ ਸਾਡੇ ਪੁੱਤਾਂ ਦੀਆਂ ਜ਼ਿੰਦਗੀਆਂ ਗਾਲਣ ਵਾਲੇ, ਸਾਡੇ ਪੁੱਤਾਂ ਦੇ ਰੁਜ਼ਗਾਰ ਖੋਹਣ ਵਾਲੇ ਆ ਜਿਹੜੇ ਸਿਆਸੀ ਲੋਕ ਆ, ਚਾਹੇ ਕਿਸੇ ਪਾਰਟੀ ਨਾਲ, ਅੱਜ ਵੀ ਲੋਕ ਭਰ ਬੱਸਾਂ ਇਹਨਾਂ ਦੀਆਂ ਰੈਲੀਆਂ ਤੇ ਵੇਖ ਲਓ, ਤੇ ਮੁਰਦਿਆਂ ਕੋਲੋਂ ਇਹਨਾਂ ਦੀ ਚੈਕਿੰਗ ਕਰ ਲਓ, ਕਿੰਨਾ ਨਸ਼ਾ ਨਿਕਲੂਗਾ। ਹਰੇਕ ਬੱਸਾਂ 'ਚ ਡੱਬੇ ਮਿਲਦੇ ਆ, ਚਿੱਟਾ ਮਿਲਦਾ, ਭੁੱਕੀ ਮਿਲਦੀ ਹੈ, ਉਹ ਕਿਹੜਾ ਨਸ਼ਾ ਜਿਹੜਾ ਮਿਲਦਾ ਨਹੀਂ। ਪਰ ਜੇ ਜਾਣਬੁੱਝ ਕੇ ਲੋਕ ਅੱਖਾਂ ਮੀਚ ਲੈਣਗੇ ਇਹ ਮਸਲੇ ਦਾ ਹੱਲ ਨਹੀਂ ਨਿਕਲਣਾ। ਇਸ ਲਈ ਚੱਲ ਮੇਰਾ ਉੱਧਰ ਵੀ ਨਾਂ ਲਿਖਾਇਆ ਵਾ ਸੀ ਸ਼ਵੇਸ਼ਕ ਦੀ ਬੋਲਣ 'ਚ। ਆਪਾਂ ਗੱਲ ਹੀ ਇਹ ਰੱਖਣੀ ਆ ਵੀ ਭਰਾਵੋ, ਜਿੰਨਾ ਚਿਰ ਸਵਾਰਥ ਦੀ ਨੀਤੀ ਛੱਡਦੇ ਨਹੀਂ, ਦੂਜੇ ਦੇ ਘਰੇ ਲੱਗੀ ਅੱਗ ਨੂੰ ਆਪਣੀ ਅਗਨੀ ਨਹੀਂ ਸਮਝਦੇ, ਉਹਨਾਂ ਚਿਰ ਇਹ ਮਸਲੇ ਨੇ ਹੱਲ ਨਹੀਂ ਹੋਣਾ। ਜੇ ਲੋਕ ਇਕੱਠੇ ਹੋਣਗੇ, ਜਿੱਥੇ ਪੁਲਿਸ ਨਹੀਂ ਕਾਰਵਾਈ ਕਰੂ ਉੱਥੇ ਪੁਲਿਸ ਦੀ ਨੌਬਤ ਬਣਾਓ, ਉਹਨਾਂ ਦੇ ਦਫ਼ਤਰ ਜਾ ਕੇ ਘੇਰੋ। ਜਿੱਥੇ ਕੋਈ ਨਸ਼ੇ ਵਾਲਾ ਧੱਕੇ ਨਾਲ ਮਤਲਬ ਵੇਚਣ ਆਊਗਾ ਤਾਂ ਉੱਥੇ ਲੋਕਾਂ ਨੂੰ ਡਾਂਗਾਂ ਚੱਕ ਕੇ ਮਤਲਬ ਰੋਕਣੇ ਵੀ ਪੈਣੇ ਆ। ਪਰ ਇਹ ਪਿੰਡ ਲਹਿਰ ਚੱਲੂ ਫੇਰ ਮਤਲਬ ਹੋਊਗਾ। ਅਸੀਂ ਅੱਗੇ ਆਪਦੇ ਪਿੰਡ 'ਚੋਂ ਬੰਦ ਕਰ ਲਏ, ਇਹ ਲੋਕ ਦੂਜੇ ਪਿੰਡਾਂ 'ਚੋਂ ਲੈ ਆਉਂਦੇ ਸੀ।